Good morning everybody. Welcome to the official channel of Erudition Studies. ਅੱਜ ਕਾਫੀ ਦਿਨ ਬਾਅਦ ਅਸੀਂ ਡੇਲੀ ਕਰੰਟ ਅਫੇਅਰਸ ਨੂੰ ਕਵਰ ਕਰਨਾ ਹੈ। ਐਕਚੁਅਲੀ ਤਬੀਅਤ ਥੋੜੀ ਜਿਹੀ ਗੜਬੜ ਸੀਗੀ, ਦੈਟ ਇਜ਼ ਵਾਈ ਮੈਂ ਇਹ ਵਾਲਾ ਸੈਸ਼ਨ ਜੋ ਹੈ ਕੰਟੀਨਿਊ ਨਹੀਂ ਕਰ ਪਾਈ। ਐਂਡ ਅੱਜ ਅਸੀਂ 18 ਤੋਂ ਲੈ ਕੇ 25 ਆਫ ਜਨਵਰੀ ਦੇ ਕਰੰਟ ਅਫੇਅਰਸ ਨੂੰ ਕਵਰ ਕਰ ਲਾਂਗੇ। ਓਕੇ, ਸਟਾਰਟ ਕਰਦੇ ਹਾਂ ਫਿਰ ਡਾਇਰੈਕਟਲੀ ਹੀ। ਔਰ ਜਿਹੜੇ ਸਟੂਡੈਂਟਸ ਇਸ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੈ ਉਹਨਾਂ ਨੂੰ ਦੱਸਦੇ ਹਾਂ ਕਿ ਇੱਥੇ ਤੁਹਾਨੂੰ ਡੇਲੀ ਕਰੰਟ ਅਫੇਅਰ ਦੇ ਸੈਸ਼ਨ ਮਿਲਦੇ ਹੈ। ਇਸ ਦੇ ਨਾਲ ਤੁਹਾਨੂੰ ਜਨਰਲ ਸਟੱਡੀਜ਼ ਦੇ ਵੀ ਸਾਰੇ ਹੀ ਸੈਸ਼ਨ ਇੱਥੇ ਪ੍ਰੋਵਾਈਡ ਹੋ ਜਾਂਦੇ ਆ। ਓਕੇ, ਐਂਡ ਜੋ ਇਸ ਟਾਈਮ ਮਾਸਟਰ ਕੇਡਰ ਪੰਜਾਬੀ ਦੀਆਂ ਐਂਡ ਪੋਲੀਟੀਕਲ ਸਾਇੰਸ ਦੀਆਂ ਵੈਕੈਂਸੀਜ਼ ਆਈਆਂ ਹੋਈਆਂ, ਪੋਲੀਟੀਕਲ ਸਾਇੰਸ ਦੇ ਵਿੱਚ ਲੈਕਚਰਰ ਦੀਆਂ ਵੀ, ਉਹਨਾਂ ਦੇ ਲਈ ਪੇਡ ਬੈਚ ਵੀ ਚੱਲ ਰਿਹਾ ਹੈ। ਇਸ ਦੇ ਨਾਲ ਫ੍ਰੀ ਦੇ ਵਿੱਚ ਵੀ ਤੁਹਾਨੂੰ ਲੈਕਚਰਸ ਐਰੂਡੀਸ਼ਨ ਸਟੱਡੀਜ਼ ਦੇ ਚੈਨਲ ਦੇ ਉੱਪਰ ਮਿਲ ਰਹੇ ਨੇ। ਤਾਂ ਜਿਨ੍ਹਾਂ ਨੇ ਪੇਡ ਬੈਚ ਜੁਆਇਨ ਕਰਨਾ ਹੋਏ ਉਹਨਾਂ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਮਿਲ ਜਾਏਗਾ, ਉੱਥੇ ਕਾਲ ਕਰਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਤੇ ਫ੍ਰੀ ਵਾਲੇ ਤਾਂ ਲੈਕਚਰ ਤੁਹਾਨੂੰ ਮਿਲਦੇ ਹੀ ਰਹਿਣੇ ਆ। ਓਕੇ, ਸਟਾਰਟ ਕਰੀਏ ਫਿਰ। ਪਹਿਲਾ ਕੁਐਸਚਨ ਦੇਖਦੇ ਹਾਂ। ਇੰਡੋਨੇਸ਼ੀਆ ਨੇ ਆਪਣੀ ਇੱਕ ਨਵੀਂ ਕੈਪੀਟਲ ਨੂੰ ਅਨਾਉਂਸ ਕੀਤਾ ਹੈ। ਇਸ ਕੈਪੀਟਲ ਦਾ ਨਾਮ ਕੀ ਹੈ? ਤਾਂ ਇਹ ਕੈਪੀਟਲ ਹੈਗੀ ਹੈ ਜੀ ਨੂਸਾਂਤਰਾ। ਓਕੇ, ਇਹ ਇੰਡੋਨੇਸ਼ੀਆ ਦੀ ਨਿਊ ਕੈਪੀਟਲ ਹੈ। ਐਕਚੁਅਲੀ ਇੰਡੋਨੇਸ਼ੀਆ ਦੀ ਐਟ ਪ੍ਰੈਜ਼ੈਂਟ ਕੈਪੀਟਲ ਕਿਹੜੀ ਹੈ ਇਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਠੀਕ ਹੈ, ਤਾਂ ਆਨਸਰ ਜੋ ਹੈ ਇਸ ਦਾ ਰਹੇਗਾ ਜਕਾਰਤਾ। ਔਰ ਜਕਾਰਤਾ ਇੰਡੋਨੇਸ਼ੀਆ ਦੇ ਵਿੱਚ 10 ਮਿਲੀਅਨ ਤੋਂ ਵੀ ਜ਼ਿਆਦਾ ਦੀ ਆਬਾਦੀ ਵਾਲਾ ਸ਼ਹਿਰ ਹੈਗਾ। ਓਕੇ, ਤੇ ਇੱਥੇ ਇੰਨੀ ਜ਼ਿਆਦਾ ਆਬਾਦੀ ਹੋਣ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਹੈ ਜਿਨ੍ਹਾਂ ਦਾ ਕਿ ਗਵਰਨਮੈਂਟ ਨੂੰ ਵੀ ਐਂਡ ਲੋਕਾਂ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਪਾਣੀ ਦੀ ਕਮੀ ਹੋ ਗਈ ਹੈ। ਧਰਤੀ ਦੇ ਹੇਠਲਾ ਜਿਹੜਾ ਪਾਣੀ ਹੈ ਉਸ ਦਾ ਲੈਵਲ ਬਹੁਤ ਹੀ ਜ਼ਿਆਦਾ ਡਾਊਨ ਹੁੰਦਾ ਜਾ ਰਿਹਾ ਆ। ਇਸ ਦੇ ਨਾਲ ਅਸੀਂ ਕਾਫੀ ਟਾਈਮ ਤੋਂ ਇੱਕ ਪ੍ਰੋਬਲਮ ਬਾਰੇ ਸੁਣ ਰਹੇ ਹਾਂ ਪੂਰੇ ਵਰਲਡ ਦੇ ਵਿੱਚ ਹੀ, ਕਿਹੜੀ ਹੈ? ਟੈਂਪਰੇਚਰ ਦੀ, ਹੈ ਨਾ, ਕਿ ਜੋ ਦੁਨੀਆ ਦਾ ਗਲੋਬ ਦਾ ਜੋ ਟੈਂਪਰੇਚਰ ਹੈ ਲਗਾਤਾਰ ਇਹ ਵੱਧਦਾ ਜਾ ਰਿਹਾ ਆ। ਔਰ ਇਸ ਕਰਕੇ ਜਿਹੜੇ ਓਸ਼ੀਅਨਸ ਹੈਗੇ ਆ, ਸਮੁੰਦਰ ਹੈਗੇ ਆ, ਉਹਨਾਂ ਦਾ ਜਿਹੜਾ ਪਾਣੀ ਹੈ ਉਸ ਦਾ ਲੈਵਲ ਅਪ ਆਉਂਦਾ ਜਾ ਰਿਹਾ ਹੈ। ਇਸ ਦੇ ਕਰਕੇ ਫਿਰ ਇਹਦੇ ਨੇੜੇ ਤੇੜੇ ਦੇ ਜਿਹੜੇ ਸਿਟੀਜ਼ ਹੈ ਨਾ, ਉਹਨਾਂ ਦੇ ਡੁੱਬਣ ਦਾ ਬਹੁਤ ਜ਼ਿਆਦਾ ਖਤਰਾ ਬਣ ਗਿਆ। ਤੇ ਸੇਮ ਇਹੀ ਪ੍ਰੋਬਲਮ ਜਕਾਰਤਾ ਵੀ ਫੇਸ ਕਰਦਾ ਪਿਆ ਹੈ ਔਰ ਧੀਰੇ ਧੀਰੇ ਇਹ ਜਾਵਾ ਸਾਗਰ ਦੇ ਵਿੱਚ ਡੁੱਬਦਾ ਜਾ ਰਿਹਾ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਨਾਮ ਤੁਸੀਂ ਯਾਦ ਰੱਖਣਾ। ਠੀਕ ਹੈ, ਤੇ ਇਹ ਸਾਰੀਆਂ ਹੀ ਪ੍ਰੋਬਲਮਸ ਨੂੰ ਦੇਖਦੇ ਹੋਏ ਇਹਨੇ ਹੁਣ ਇੱਕ ਨਿਊ ਕੈਪੀਟਲ ਹੈ ਜਿਸ ਦੀ ਅਨਾਉਂਸਮੈਂਟ ਕਰ ਦਿੱਤੀ ਹੈ, ਦੈਟ ਇਜ਼ ਨੂਸਾਂਤਰਾ। ਓਕੇ, ਹੁਣ ਇਸ ਦਾ ਕੰਮ ਸ਼ੁਰੂ ਹੋ ਚੁੱਕਿਆ ਆ। ਔਰ ਇਸ ਦੇ ਨਾਲ ਤੁਸੀਂ ਕੀ ਯਾਦ ਰੱਖਣਾ ਹੈ ਕਿ ਇਹ ਜੋ ਨੂਸਾਂਤਰਾ ਹੈ ਇਹ ਜੈਵਨੀਜ਼ ਜੋ ਲੈਂਗੁਏਜ ਹੈ ਇਸ ਦਾ ਇੱਕ ਵਰਡ ਰਹੇਗਾ। ਓਕੇ, ਐਂਡ ਇਸ ਦਾ ਫਿਰ ਜੋ ਲਿਟਰਲ ਮੀਨਿੰਗ ਉਹ ਕੀ ਹੁੰਦਾ ਆ? ਇਸ ਦਾ ਮੀਨਿੰਗ ਹੁੰਦਾ ਆਰਕੀਪੈਲਾਗੋ। ਓਕੇ, ਤਾਂ ਆਰਕੀਪੈਲਾਗੋ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਬਹੁਤ ਵਾਰ ਦੱਸ ਦਿੱਤਾ ਹੈ ਕਿ ਜਦੋਂ ਕਾਫੀ ਸਾਰੇ ਆਈਲੈਂਡਸ ਮਿਲ ਕੇ ਕਿਸੇ ਇੱਕ ਧਰਤੀ ਦਾ, ਕਿਸੇ ਇੱਕ ਲੈਂਡ ਦਾ ਨਿਰਮਾਣ ਕਰਦੇ ਆ ਤਾਂ ਅਸੀਂ ਉਸ ਨੂੰ ਆਰਕੀਪੈਲਾਗੋ ਬੋਲਦੇ ਹਾਂ। ਓਕੇ, ਔਰ ਇੱਥੇ ਮਿਨਰਲ ਬਹੁਤ ਜ਼ਿਆਦਾ ਮਿਲਦੇ ਨੇ। ਓਕੇ, ਤੇ ਇਹ ਸਾਰੇ ਹੀ ਪ੍ਰੋਜੈਕਟ ਦੇ ਉੱਪਰ ਅਪਰੋਕਸੀਮੇਟਲੀ $32 ਬਿਲੀਅਨ ਦਾ ਖਰਚਾ ਆਊਗਾ। ਓਕੇ, ਹੁਣ ਅਸੀਂ ਇੱਥੇ ਗੱਲ ਕੀਤੀ ਹੈਗੀ ਹੈ ਇੰਡੋਨੇਸ਼ੀਆ ਦੀ, ਤਾਂ ਇੰਡੋਨੇਸ਼ੀਆ ਦਾ ਮੈਪ ਦੇਖ ਲੈਂਦੇ ਹਾਂ। ਇਸ ਦੀ ਕੈਪੀਟਲ ਫਿਲਹਾਲ ਜਕਾਰਤਾ ਹੀ ਰਹੇਗੀ, ਇਹ ਯਾਦ ਰੱਖਣਾ, ਜਦੋਂ ਤੱਕ ਉਹ ਸਾਰੀ ਕੰਸਟਰਕਸ਼ਨ ਦਾ ਕੰਮ ਕੰਪਲੀਟ ਨਹੀਂ ਹੋ ਜਾਂਦਾ। ਇੱਥੇ ਦੀ ਓਫੀਸ਼ੀਅਲ ਲੈਂਗੁਏਜ ਹੈਗੀ ਹੈ ਇੰਡੋਨੇਸ਼ੀਅਨ, ਪ੍ਰੈਜ਼ੀਡੈਂਟ ਹੈਗੇ ਆ ਜੋਕੋ ਵਿਡੋਡੋ, ਐਂਡ ਕਰੰਸੀ ਰਹੇਗੀ ਇੰਡੋਨੇਸ਼ੀਆ ਰੁਪਇਆ। ਓਕੇ, ਔਰ ਅਗਰ ਤੁਸੀਂ ਦੇਖੋਗੇ ਇਹਦੀ ਲੋਕੇਸ਼ਨ ਤਾਂ ਇਹ ਤੁਹਾਨੂੰ ਸਾਊਥ ਈਸਟ ਏਸ਼ੀਆ ਐਂਡ ਓਸ਼ੀਆਨੀਆ ਦੇ ਵਿੱਚ ਮਿਲੇਗਾ। ਔਰ ਇਹਦੀ ਲੋਕੇਸ਼ਨ ਤੁਹਾਨੂੰ ਇੰਡੀਅਨ ਓਸ਼ੀਅਨ ਐਂਡ ਪੈਸੀਫਿਕ ਓਸ਼ੀਅਨ ਦੇ ਵਿਚਕਾਰ ਲੋਕੇਟਡ ਮਿਲੂਗੀ। ਓਕੇ, ਐਂਡ ਇਹ ਅਗਰ ਤੁਸੀਂ ਗੱਲ ਕਰੋਗੇ ਆਰਕੀਪੈਲਾਗੋ ਹੈ, ਬਿਲਕੁਲ ਆਰਕੀਪੈਲਾਗੋ ਹੈ। ਇਹਦੇ ਵਿੱਚ ਕਿੰਨੇ ਆਈਲੈਂਡਸ ਹੈਗੇ ਨੇ? 17,000 ਦੇ ਕਰੀਬ ਆਈਲੈਂਡ ਹੈਗੇ ਨੇ ਜੋ ਕਿ ਇੰਡੋਨੇਸ਼ੀਆ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਔਰ ਇਹ ਵਰਲਡ ਦੀ ਲਾਰਜੈਸਟ ਆਈਲੈਂਡ ਕੰਟਰੀ ਹੈਗੀ ਆ। ਓਕੇ, ਇੰਡੋਨੇਸ਼ੀਆ। ਐਂਡ ਅਗਰ ਤੁਸੀਂ ਵੈਸੇ ਓਵਰਆਲ ਏਰੀਆ ਵਾਈਜ਼ ਦੇਖੋਗੇ ਤਾਂ ਇਸ ਦਾ ਜਗ੍ਹਾ ਹੈਗੀ ਹੈ 14th ਵਰਲਡ ਦੇ ਵਿੱਚ। ਔਰ ਜੋ ਇੱਥੇ ਦਾ ਜਾਵਾ ਹੈ ਨਾ, ਤਾਂ ਜਾਵਾ ਜੋ ਹੈ ਇਹ ਪੂਰੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਵਾਲਾ ਆਈਲੈਂਡ ਹੈ। ਓਕੇ, ਅੱਗੇ ਚੱਲਦੇ ਹਾਂ ਜੀ। ਕੌਣ ਹੈ ਜਿਹੜੇ ਕਿ USA ਦੇ ਕੋਇਨ ਦੇ ਉੱਪਰ ਯਾਨੀ ਸਿੱਕੇ ਦੇ ਉੱਪਰ ਛਪਣ ਵਾਲੇ, ਅਪੀਅਰ ਹੋਣ ਵਾਲੇ ਪਹਿਲੇ ਬਲੈਕ ਪੋਇਟ ਬਣੇ ਨੇ? ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਯਾਦ ਰੱਖਣਾ। ਓਕੇ, ਤਾਂ ਹਾਲ ਹੀ ਦੇ ਵਿੱਚ US ਦੀ ਜੋ ਟ੍ਰੈਜਰੀ ਹੈ ਇਹਨੇ 25 ਸੈਂਟ ਦਾ ਇੱਕ ਕੋਇਨ ਹੈ ਜਿਸ ਨੂੰ ਮਿੰਟ ਕੀਤਾ ਆ ਔਰ ਇਸ ਦੇ ਉੱਪਰ ਪੋਇਟ ਮਾਇਆ ਐਂਗੀਲਿਓ ਦੀ ਫੋਟੋ ਲੱਗੀ ਹੋਈ ਹੈ। ਠੀਕ ਹੈ, ਇਹਨਾਂ ਨੂੰ ਫੀਚਰ ਕੀਤਾ ਗਿਆ ਆ ਔਰ ਇਹ ਪਹਿਲੇ ਇੱਦਾਂ ਦੇ ਬਲੈਕ ਪੋਇਟ ਬਣ ਗਏ ਹੈ ਜਿਨ੍ਹਾਂ ਨੂੰ US ਦੇ ਕੋਇਨ ਦੇ ਉੱਪਰ ਫੀਚਰ ਕੀਤਾ ਗਿਆ ਹੋਵੇ। ਤਾਂ ਤੁਹਾਨੂੰ ਪਤਾ ਹੈ ਕੋਇਨ ਦੇ ਵਿੱਚ ਹੈਡ ਹੁੰਦਾ ਔਰ ਟੇਲ ਹੁੰਦਾ, ਰਾਈਟ? ਤਾਂ ਅਗਰ ਤੁਸੀਂ ਇਹਦੇ ਹੈਡ ਦੀ ਗੱਲ ਕਰੋਗੇ ਤਾਂ ਹੈਡ ਦੇ ਵਿੱਚ ਹਾਲੇ ਵੀ ਜੋਰਜ ਵਾਸ਼ਿੰਗਟਨ ਨੂੰ ਹੀ ਫੀਚਰ ਕੀਤਾ ਗਿਆ ਆ ਤੇ ਫਿਰ ਮਾਇਆ ਨੂੰ ਟੇਲ ਦੇ ਵਿੱਚ ਫੀਚਰ ਕੀਤਾ ਗਿਆ। ਓਕੇ,
और ਇਹਦੇ ਵਿੱਚ ਇਹਨਾਂ ਦੇ ਬਹੁਤ ਹੀ ਫੇਮਸ ਵਰਕ ਹੈ। ਇਸ ਵਰਕ ਦਾ ਨਾਮ ਯਾਦ ਰੱਖਣਾ, ਇਸ ਨੂੰ ਹੀ ऑनर ਕੀਤਾ ਗਿਆ। ਓਕੇ, ਇਸ ਦਾ ਨਾਮ ਹੈ I know why the caged birds sing। ਓਕੇ, ਤਾਂ ਇਹ ਪਹਿਲੇ ਬਲੈਕ ਵਿਮਨ ਸੀਗੇ ਜਿਨ੍ਹਾਂ ਨੂੰ ਪ੍ਰੈਸੀਡੈਂਸ਼ੀਅਲ ਇਨੋਗ੍ਰੇਸ਼ਨ ਦੇ ਟਾਈਮ ਦੇ ਉੱਪਰ ਪੋਇਮ ਲਿਖਣ ਦਾ और ਉਹਨੂੰ ਪੇਸ਼ ਕਰਨ ਦਾ ਵੀ ਮੌਕਾ ਮਿਲਿਆ ਸੀ। ਠੀਕ ਹੈ, और ਇਹਨਾਂ ਨੂੰ US ਦੇ ਜੋ ਐਕਸ ਪ੍ਰੈਸੀਡੈਂਟ ਰਹਿ ਚੁੱਕੇ ਆ ਬਾਰਕ ਓਬਾਮਾ, ਇਹਨਾਂ ਨੇ US ਦੇ ਹਾਈਐਸਟ ਸਿਵਿਲੀਅਨ ਅਵਾਰਡ ਨਾਮ ਹੈ ਪ੍ਰੈਸੀਡੈਂਸ਼ੀਅਲ ਮੈਡਲ ਆਫ ਫਰੀडम, ਠੀਕ ਹੈ, ਇਸ ਦੇ ਨਾਲ ਵੀ ਸਨਮਾਨਿਤ ਕੀਤਾ ਸੀ। ਤਾਂ ਇਹ ਤਿੰਨੋਂ ਹੀ ਫੈਕਟ ਤੁਹਾਡੇ ਲਈ ਇੰਪੋਰਟੈਂਟ ਰਹਿਣਗੇ। ਠੀਕ ਹੈ, ਯਾਦ ਰੱਖ ਲੈਣਾ कि पहले ब्लैक पोइट जो US कोइन के उपर आए माया। ठीक है, दूसरा पहले इदां दे ब्लैक विमेन जिन्हां नूं प्रेसीडेंशियल इनोग्रेशन के मौके के उपर पोइम लिखण दा और गाण दा मौका मिलिया। तीसरा, मिस्टर बारक ओबामा ने इन्हां नूं US के हाईएस्ट सिविलियन अवार्ड प्रेसीडेंशियल मैडल ऑफ फ्रीडम के नाल भी सन्मानित किया सी। ओके, अगे चलते हैं टॉप 5 फर्स्ट। तो पहले हार्बल फैसटिवल का इनोग्रेशन किया गया और इसनूं जम्मू कश्मीर दे विच इनोग्रेट किया गया ताकि इत्थे दे टूरिज्म नूं वधावा दिता जा सके। इंडिया का पहला रूफ टॉप ड्राइव इन थिएटर इसनूं मुंबई दे विच लॉन्च किया गया। इंडिया के पहले रेडियो ओवर इंटरनेट प्रोटोकॉल सिस्टम नूं कैलकटा दे विच इनोग्रेट किया गया। इंडिया के पहले टेस्ट ट्यूब बेबी काफ, ठीक है, काफ ने गुजरात दे विच जन्म लिया। एंड अच्छा, मैंने तुसीं इत्थे दसना प्लीज़, ठीक है, कि काफ किस जानवर के बच्चे नूं बोलिया जाता है। दैन गीता गोपीनाथ ये पहले डिप्टी डायरैक्टर बने है इंटरनेशनल मॉनिटरी फंड दे। ओके, ऑल राइट, अगे चलते हैं। मिया मोटली इन्हां ने हुणे प्राइम मिनिस्टरल इलैक्शनस नूं जित्तिया आ। किहड़ी कंट्री दे ये प्राइम मिनिस्टर बने हैं? तो मिया मोटली ने सैकेंड टाइम बारबाडोस का प्राइम मिनिस्टर का इलैक्शन जित लिया है। इन्हां दी पार्टी है बारबाडोस लेबर पार्टी। ओके, और ये 2018 तो लैके हुण तक इत्थे एज प्राइम मिनिस्टर सर्व करते पे हैं। तो यह ही बारबाडोस के पहले विमेन प्राइम मिनिस्टर भी बने सीगे ते नाल ही रिपब्लिक बारबाडोस के यह पहले PM भी रहे। ठीक है, तो तीनों पॉइंट्स तुसीं याद रखने हैं। हुण इत्थे मैं तुहानूं बारबाडोस की लोकेशन दित्ती है, तो यह भी एक आइलैंड कंट्री है। ओके, और यह हैगी है कैरेबियन रीजन दे विच अमेरिका दे, एंड इस दे नाल इसकी लोकेशन एटलांटिक ओशन दे विच मिलेगी। बट अगर तुहानूं पूछा जाए इसका पर्टिकुलर रीजन एटलांटिक रहेगा या कैरेबियन, तो याद रखना कैरेबियन रीजन दे विच होएगा। ओके, इसकी कैपिटल है ब्रिज टाउन और 2011 दे विच इसकी कैपिटल नूं यूनेस्को की वर्ल्ड हैरीटेज साइट दे विच शामिल किया गया सीगा। इत्थे दी ऑफिशियल लैंग्वेज इंग्लिश है, बट इत्थे दे लोग बाजन क्रियोल भी बोलते हैं। एंड प्रेसीडेंट है सांड्रा मैसन, PM बन गया मिया मोटले, और इत्थे दी करेंसी रहेगी बारबेडियन डॉलर। आगे चलते हैं टॉप 5 इंटरनेशनल अपॉइंटमेंट्स वाल। डेनियल ऑर्टेगा नूं प्रेसीडेंट बनाया गया निकारागुआ दा, और ये 5वीं बार इत्थे दे प्रेसीडेंट बने हैं। अलीखान स्माइलोव ने कजाकिस्तान का प्राइम मिनिस्टर इलैक्शन जित्तिया। गैब्रियल बोरिक यह चिले दे यंगेस्ट एवर प्रेसीडेंट बन गए ने। कार्ल नेहमर नूं चांसलर बनाया गया ऑस्ट्रिया का। ओलफ स्कोल्स यह जर्मनी दे चांसलर बन गए ने। हाँ जी, वेयर स्टैचू ऑफ सेंट रामानुजनाचार्य विल बी अनवील्ड। तो हुणे एक स्टैचू है जिसनों की अनवील करने के लिए अनाउंसमेंट की गई है, और ये होएगा संत रामानुजाचार्य का। तो इसनों कित्थे इनोग्रेट किया जाना है? देखो 5 फरवरी 2022 दे विच सेंट रामानुजाचार्य का 1000th बर्थ एनिवर्सरी है। ओके, और ऐसे मौके के उपर ही साडे प्राइम मिनिस्टर मिस्टर मोदी इन्हां ने 216 फीट का, ये फीट भी याद रखना, ठीक है, 216 फीट का एक स्टैचू है जिसनों अनवील करना है। ठीक है, और इसका नाम की रखा गया स्टैचू ऑफ इक्वैलिटी, ये भी याद रख लेना। एंड यह ना सिटिंग फॉर्म दे विच हैगे ने, यानी कि बैठे हुए हैं इहदे विच संत। ठीक है, और इनू तेलंगाना दे हैदराबाद दे विच इनोग्रेट किया जाएगा, और इसके उपर 1000 करोड़ का खर्चा आ रहा है। ठीक है, और देखो ये जो स्टैचू है ना, यह चैंबर दे विच अगर तुसी गल करोगे तो 13 फरवरी नूं प्रेसीडेंट रामनाथ कोविंद वालों इत्थे एक पहला चैंबर इसका इनोग्रेट किया जाऊगा। ओके, और ये स्टैचू मैं तुहानूं दस्सिया सिटिंग पोजीशन विच है, तो यह दुनिया का 2nd टॉलेस्ट स्टैचू है जो कि सिटिंग पोजीशन दे विच है। ओके, पहले नंबर ते थाईलैंड दे विच एक बुद्धा का स्टैचू है जिसनों सिटिंग फॉर्म दे विच लिआंदा गया। ओके, यह 11वीं सदी के सेंट है जिन्होंने काफ़ी ज़्यादा सोशल रिफॉर्म्स दे विच कॉन्ट्रीब्यूट किया सी। ओके, हाँ जी, अगे चलते हैं इनोग्रेशनस के बारे दे विच।
तब प्राइम मिनिस्टर ने आज़ादी का अमृत महोत्सव से स्वर्णिम भारत की ओर यह प्रोग्राम है जिसनों लॉन्च किया है और इनू 7 साल लंबा प्रोग्राम है, ठीक है। और इनू आज़ादी का अमृत महोत्सव नू जो ब्रह्मा कुमारीज ने सैलीब्रेट करना है इसे दे लई ही इनोग्रेट किया गया। आफ्टर दैट स्वच्छ विद्यालय पुरस्कार 2021-22 इनू सुभाष सरकार ने लॉन्च किया जो कि मिनिस्टर ऑफ स्टेट है एडुकेशन दे, ओके। ਇਹਦੇ ਵਿੱਚ ਸਕੂਲਾਂ ਨੂੰ ਅਵਾਰਡਸ ਦਿੱਤੇ ਜਾਣਗੇ ਜਿਹੜੇ ਕਿ ਸੈਨੀਟੇਸ਼ਨ ਦੇ ਲਈ ਜਾਂ ਫਿਰ ਵਾਟਰ ਦੇ ਲਈ ਜਾਂ ਫਿਰ ਹਾਈਜੀਨ ਦੇ ਲਈ ਇਹਨਾਂ ਦੇ ਲਈ ਕੋਈ ਵੀ ਅੱਛਾ ਕੰਟਰੀਬਿਊਟ ਕਰਦੇ ਨੇ। ਔਰ ਇਹਨਾਂ ਅਵਾਰਡਸ ਨੂੰ ਪਹਿਲੀ ਵਾਰ 2016 ਔਰ 17 ਦੇ ਵਿੱਚ ਦਿੱਤਾ ਗਿਆ ਸੀਗਾ ਤਾਂ ਕਿ ਸੈਨੀਟੇਸ਼ਨ ਦੇ ਲਈ ਸਕੂਲਸ ਦੇ ਵਿੱਚ ਐਂਡ ਪਬਲਿਕ ਦੇ ਵਿੱਚ ਮੋਟੀਵੇਸ਼ਨ ਫੈਲਾਈ ਜਾ ਸਕੇ। then गवर्नमेंट ऑफ इंडिया ने लॉन्च किया एक कमैमोरेटिव पोस्टल स्टैंप नू जिस दे विच दस्सिया गया कि 1 साल हो गया साडी कोविड दी वैक्सीनेशन दे कैंपेन नू, ओके। और इस स्टैंप दे उपर की फीचर किया गया ये भी बहुत इंपॉर्टेंट रहेगा। इस दे विच एक बजुर्ग महिला हैगे ने सीनियर सिटीजन जिन्हां नू एक हैल्थ केयर वर्कर जो है वैक्सीनेट करते पे ने, ओके। इस दे नाल कोवैक्सीन वायल दी इमेज नू भी इस दे विच शामिल किया गया। दैन वर्ल्ड दी लार्जेस्ट नैशनल फ्लैग जो कि खादी दे नाल बनिया इनू डिस्पले किया गया लोंगेवाला जैसलमेर दे विच और यह 15 जनवरी नू किया गया सी जदों आर्मी डे नू सैलीब्रेट किया गया, ओके। आफ्टर दैट प्राइम मिनिस्टर ने 28 फीट का एक होलोग्राम स्टैचू है नेताजी सुभाष चंद्र बोस का इसनू अनवील किया है गया। और हाल ही दे विच तुहानू पता है पराक्रम दिवस मनाया गया 125वीं एनिवर्सरी सी जदों मिस्टर बोस की, ठीक है। और इंडिया गेट के उपर ही इसनू किया गया सी, ओके। तो जदों इस स्टैचू नू अनवील किया गया इस दे नाल सुभाष चंद्र बोस आपदा प्रबंधन पुरस्कार भी दिते गए हैं 2019, 2020, 21 और 22 4 सालों के लिए दिते गए हैं, ओके। अगे है इंडिया का पहला डिस्ट्रिक्ट गुड गवर्नेंस एक्ट इंडेक्स ये किन्ना ने लॉन्च किया, राइट। तो देखो ये पहला है इसलिए इंपॉर्टेंट रहेगा, अच्छी तरह समझ लेना। जेडे साडे होम अफेयर मिनिस्टर है नाल ही उन्हां दे कोलों कॉपरेशन मिनिस्ट्री भी है, राइट, अमित शाह। इन्हां ने ही जम्मू कश्मीर दियां 20 डिस्ट्रिक्ट्स के लिए डिस्ट्रिक्ट गुड गवर्नेंस इंडेक्स नू लॉन्च किया है और यह इंडिया का पहला इदां दा इंडेक्स होएगा। इस इंडेक्स नू डिपार्टमेंट ऑफ एडमिनिस्ट्रेटिव रिफॉर्म्स एंड पब्लिक ग्रीवेंसेस इन्हां ने JNK दी गवर्नमेंट दे नाल मिल के लॉन्च किया है। ਇਹਦੇ ਵਿੱਚ 10 गवर्नेंस सैक्टर्स है जिन्हां दे बारे दे विच काम किए गए हैं और उन्हां दे बेस दे उपर ही डिस्ट्रिक्ट्स की रैंकिंग की गई है। ਇਹਦੇ ਵਿੱਚ टॉप 5 डिस्ट्रिक्ट आनगियां जम्मू, डोडा, सांबा, पुलवामा एंड श्रीनगर, ओके। अगे चलते हैं फिर टॉप 5 इंडेक्स एंड रिपोर्ट्स के वाल। तो बैंकिंग ऑन इलैक्ट्रिक वहीकल्स ये एक रिपोर्ट हैगी है जिसनू नीति आयोग ने हुणे लॉन्च किया ताकि इलैक्ट्रिक वहीकल्स नू प्रायोरिटी लैंडिंग दे विच लिआंदा जा सके रिजर्व बैंक ऑफ इंडिया दी, ओके। दैन ग्लोबल अनएम्प्लॉयमेंट जो है इसका एस्टीमेशन लगाया गया कि 2022 दे विच 207 मिलियन जिहड़े लोग है ना वो अनएम्प्लॉयड होए ने और यह 2019 दे विच 186 मिलियन सीगे। यह रिपोर्ट पेश की गई है इंटरनेशनल लेबर ऑर्गेनाइजेशन यानी ILO वालों, ठीक है। रिपोर्ट का नाम है वर्ल्ड इंप्लॉयमेंट एंड सोशल आउटलुक ट्रेंड्स 2022। दैन हैनले पासपोर्ट इंडेक्स की जो पहले क्वार्टर की रिपोर्ट आई इस दे विच इंडिया का 83rd रैंक रहा है। तेलंगाना ने श्यामा प्रसाद मुखर्जी रूरबन मिशन दे विच टॉप किया। दैन ये वाली रिपोर्ट काफ़ी ज़्यादा इंपॉर्टेंट है। ओसफैम इंडिया ने एक रिपोर्ट पेश की है, नाम है इनइक्वालिटी किल्स, ओके। तो इस दे विच दस्सिया गया है कि इंडिया की जो 57% पैसा है वैल्थ है और सिर्फ टॉप 10 लोगों के हाथ दे विच ही हैगियां। कहने का मतलब साडे इत्थे पैसे के मामले दे विच बहुत ज़्यादा इनइक्वैलिटी पाई जाती है। अगे अमर जवान ज्योति एंड नैशनल वॉर मैमोरीयल ये दोनों कित्थे हैगे ने? तो देखो ये दोनों दे दोनों दिल्ली दे विच लोकेटेड हैगे आ। हुण ये न्यूज़ च क्यों है? क्योंकि गवर्नमेंट ने 21 जनवरी नू अमर जवान ज्योति दी जो दिल्ली दे विच हैगी है ना और ये इंडिया गेट दे उपर हैगी है लोकेटेड, है ना। और एनू और इस दे नाल जो नैशनल वॉर मैमोरीयल है इन्हां दोनों नू मर्ज करन दी हुणे अनाउंसमेंट की है, ठीक है। अगर तुसी अमर जवान ज्योति की गल करोगे तो इसनू 1971 दे विच जो इंडिया एंड पाकिस्तान की वॉर हुई सी इहदे विच जिहड़े भी साडे जवान शहीद होए उन्हां नू याद करन दे लई ही इनू पेंट किया गया सीगा, स्टार्ट किया गया, इनोग्रेट किया गया, ठीक है। बट इत्थे एक चीज़ हैगी है कि अमर जवान ज्योति के उपर किसी भी शहीद का नाम मैंशन नहीं है, ओके। बट जदों असीं गल करदे आ नैशनल वॉर मैमोरीयल की, ठीक है,
ਤਾਂ ਇਹ 1971 ਦੇ ਸ਼ਹੀਦ ਹੈ ਜਾਂ ਫਿਰ ਬਾਕੀ ਜਿੰਨੀਆਂ ਵੀ ਵਾਰਸ ਹੈ ਸਾਰੇ ਹੀ ਸ਼ਹੀਦਾਂ ਦੇ ਨਾਮ ਇੱਥੇ ਹੀ ਮੈਂਸ਼ਨ ਕੀਤੇ ਗਏ ਹੈਗੇ ਆ। ਔਰ ਇਹਨੂੰ 25 ਫੈਬਰਰੀ 2019 ਨੂੰ ਸਾਡੇ ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਨੇ ਇਨੋਗ੍ਰੇਟ ਕੀਤਾ ਸੀ, ਠੀਕ ਹੈ। ਬਟ ਜਦੋਂ ਅਸੀਂ ਅਮਰ ਜਵਾਨ ਜੋਤੀ ਦੀ ਗੱਲ ਕਰਦੇ ਹਾਂ ਤਾਂ ਇਹਨੂੰ ਇਨੋਗ੍ਰੇਟ ਕਰਨ ਦੇ ਟਾਈਮ ਦੇ ਉੱਪਰ ਪ੍ਰਧਾਨ ਮੰਤਰੀ ਹੈਗੇ ਸੀ ਮਿਸਿਸ ਇੰਦਰਾ ਗਾਂਧੀ, ਓਕੇ। ਤਾਂ ਹੁਣ ਫਿਰ ਇੱਥੇ ਯਾਨੀ ਕਿ ਨੈਸ਼ਨਲ ਵਾਰ ਮੈਮੋਰੀਅਲ ਦੇ ਵਿੱਚ 25,942 ਸੋਲਜਰਸ ਹੈ ਜਿਨ੍ਹਾਂ ਦੇ ਕਿ ਨਾਮ ਵਿਦ 골ਡਨ ਲੈਟਰਸ ਇਨਸਕ੍ਰਾਈਬ ਕੀਤੇ ਗਏ ਹੈ, ਓਕੇ। ਤਾਂ ਹੁਣ ਇਹਨਾਂ ਨੇ ਬੋਲਿਆ ਕਿ ਇਹਨਾਂ ਦੇ ਨਾਮ ਦੇ ਨਾਲ ਹੀ ਜੋ ਫਲੇਮ ਹੈ ਇਹਨੂੰ ਵੀ ਸੈੱਟ ਕਰ ਦਿੱਤਾ ਜਾਏਗਾ ਤੇ ਉਹਨਾਂ ਨੂੰ ਅਸਲੀ ਸ਼ਰਧਾਂਜਲੀ ਜੋ ਹੈ ਦਿੱਤੀ ਜਾਏਗੀ, ਠੀਕ ਹੈ। ਔਰ ਮੈਂ ਤੁਹਾਨੂੰ ਦੱਸਿਆ ਅਮਰ ਜਵਾਨ ਜੋਤੀ ਦੇ ਟਾਈਮ ਤੇ ਮਿਸਿਸ ਇੰਦਰਾ ਗਾਂਧੀ ਹੈਗੇ ਸੀ। ਤਾਂ ਦੇਖੋ 1971 ਦੇ ਵਿੱਚ ਵਾਰ ਹੋਈ ਸੀ ਨਾ, ਤਾਂ ਅਗਲੇ ਹੀ ਸਾਲ ਯਾਨੀ ਕਿ 1972 ਦੇ ਰਿਪਬਲਿਕ ਡੇ ਦੇ ਮੌਕੇ ਦੇ ਉੱਪਰ ਇਸ ਨੂੰ ਇੰਦਰਾ ਗਾਂਧੀ ਜੀ ਵੱਲੋਂ ਇਨੋਗ੍ਰੇਟ ਕੀਤਾ ਗਿਆ ਸੀ, ਓਕੇ। ਟੌਪ 10 ਦਿੱਲੀ ਦੀਆਂ ਨਿਊਜ਼ ਦੇਖ ਲਓ। ਤਾਂ ਦੇਖੋ ਦਿੱਲੀ ਦੇ ਵਿੱਚ ਇੱਕ ਹੁਣੇ ਪ੍ਰੋਜੈਕਟ ਚੱਲਿਆ ਆ ਸਟਰੀਟ ਸਕ੍ਰੈਪਿੰਗ ਪ੍ਰੋਜੈਕਟ, ਓਕੇ। ਇਹਦੇ ਵਿੱਚ ਬੋਲਿਆ ਗਿਆ 540 ਕਿਲੋਮੀਟਰ ਦੀਆਂ ਜਿਹੜੀਆਂ ਇੱਥੇ ਦੀਆਂ ਸੜਕਾਂ ਉਹਨਾਂ ਨੂੰ ਬਿਊਟੀਫਾਈ ਕੀਤਾ ਜਾਏਗਾ ਔਰ ਇਹਦੇ ਲਈ ਯੂਰੋਪੀਅਨ ਪੈਟਰਨ ਨੂੰ ਫੋਲੋ ਕੀਤਾ ਜਾਏਗਾ, ਓਕੇ। ਦੈਨ ਦਿੱਲੀ ਗਵਰਨਮੈਂਟ ਨੇ ਵਨ ਸਟਾਪ ਈ ਵਹੀਕਲ ਵੈਬਸਾਈਟ ਨੂੰ ਲਾਂਚ ਕੀਤਾ ਆ ਤਾਂ ਕਿ ਈ ਵਹੀਕਲ ਸਰਵਿਸਿਜ਼ ਦੇ ਬਾਰੇ ਦੇ ਵਿੱਚ ਮੈਨੂਫੈਕਚਰਰਸ ਨੂੰ ਐਂਡ ਬਾਇਰਸ ਨੂੰ ਦੋਨਾਂ ਨੂੰ ਹੀ ਪ੍ਰੋਪਰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾ ਸਕੇ। ਇੱਥੇ ਆਪਰੇਸ਼ਨ ਸਜਗ ਨੂੰ ਲਿਆਂਦਾ ਗਿਆ ਸੀਗਾ ਜੋ ਕਿ 2021 ਅਕਤੂਬਰ ਦੇ ਵਿੱਚ ਸਟਾਰਟ ਕੀਤਾ ਗਿਆ ਸੀ ਦਿੱਲੀ ਪੁਲਿਸ ਵੱਲੋਂ, ਠੀਕ ਹੈ। ਤਾਂ ਦੇਖੋ ਇਹਦੇ ਵਿੱਚ ਕੀ ਹੋਇਆ ਆ, ਇਹਨਾਂ ਨੇ ਇੰਨਾ ਜ਼ਿਆਦਾ ਅੱਛਾ ਕੰਮ ਕੀਤਾ ਹੈ ਕਿ ਜਦੋਂ ਦਾ ਇਹ ਸਟਾਰਟ ਹੋਇਆ ਉਸ ਤੋਂ ਬਾਅਦ ਅਪਰੋਕਸੀਮੇਟਲੀ 8000 ਕ੍ਰਿਮੀਨਲਸ ਹੈਗੇ ਨੇ, ਇਹਨਾਂ ਨੂੰ ਅਰੈਸਟ ਕੀਤਾ ਗਿਆ। ਦੈਨ ਸੋਨੂ ਸੂਦ ਇਹ ਬ੍ਰਾਂਡ ਐਂਬੈਸਡਰ ਬਣਾਏ ਗਏ ਦੇਸ਼ ਕੇ ਮੈਂਟਰ ਪ੍ਰੋਗਰਾਮ ਦੇ ਔਰ ਇਹਨੂੰ ਦਿੱਲੀ ਗਵਰਨਮੈਂਟ ਦੇ ਵੱਲੋਂ ਹੀ ਸਟਾਰਟ ਕੀਤਾ ਗਿਆ ਸੀ, ਓਕੇ। ਦੈਨ ਦਿੱਲੀ ਗਵਰਨਮੈਂਟ ਨੇ ਕਰਤਾਰਪੁਰ ਸਾਹਿਬ ਜੋ ਕਿ ਪਾਕਿਸਤਾਨ ਦੇ ਵਿੱਚ ਹੈਗਾ ਸਾਡੇ ਲਈ ਬਹੁਤ ਇੰਪੋਰਟੈਂਟ ਰਹੇਗਾ, ਠੀਕ ਹੈ। ਇਸ ਦੇ ਨਾਲ ਨਾਲ ਤਾਮਿਲਨਾਡੂ ਦੀ ਇੱਕ ਚਰਚ ਹੈ, ਨਾਮ ਹੈ ਵੈਲਕਨੀ, ਇਹਨਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਵਿੱਚ ਇਨਕਲੂਡ ਕੀਤਾ ਹੈ, ਓਕੇ। ਅੱਗੇ ਹੈ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਵਰਕਿੰਗ ਵਿਮਨ ਦਾ ਅਵਾਰਡ ਕਿਹਨਾਂ ਨੂੰ ਦਿੱਤਾ ਗਿਆ, ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। 2021 ਦਾ ਜੋ ਵਾਸ਼ਿੰਗਟਨ DC ਸਾਊਥ ਏਸ਼ੀਅਨ ਫਿਲਮ ਫੈਸਟੀਵਲ ਹੈ ਨਾ, ਇਹਨੂੰ ਹਾਲ ਹੀ ਦੇ ਵਿੱਚ ਵਰਚੁਅਲੀ ਆਰਗੇਨਾਈਜ਼ ਕੀਤਾ ਗਿਆ, ਠੀਕ ਹੈ। ਔਰ ਹਾਲੇ ਵੀ ਇਹ ਚੱਲਦਾ ਪਿਆ 16 ਤੋਂ ਲੈ ਕੇ 30 ਜਨਵਰੀ ਤੱਕ ਇਸ ਨੂੰ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਇੱਥੇ ਦੇਖੋ ਸਾਊਥ ਗੱਲ ਹੋਣੀ ਨਾ, ਸਾਊਥ ਏਸ਼ੀਅਨ, ਤਾਂ ਇਹਦੇ ਨਾਲ ਸਾਡੀਆਂ ਸਾਰੀਆਂ ਹੀ ਪੜੋਸੀ ਕੰਟਰੀਜ਼ ਯਾਨੀ ਕਿ ਇੰਡੀਆ ਤਾਂ ਹੋ ਹੀ ਗਿਆ, ਦੈਨ ਪਾਕਿਸਤਾਨ, ਬਾਂਗਲਾਦੇਸ਼, ਨੇਪਾਲ, ਸ਼੍ਰੀਲੰਕਾ, ਤਿੱਬਤ, ਅਫਗਾਨਿਸਤਾਨ ਐਂਡ ਭੂਟਾਨ, ਇਹਦੇ ਵਿੱਚ ਬੈਸਟ ਸਿਨੇਮਾ ਹੈਗੇ ਨੇ ਨਾ, ਇਹਨਾਂ ਨੂੰ ਸ਼ੋਕੇਸ ਕੀਤਾ ਜਾ ਰਿਹਾ ਆ। ਇਹਦੇ ਵਿੱਚ ਹੀ ਸੁਸ਼ਮਿਤਾ ਸੇਨ ਨੂੰ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਵਰਕਿੰਗ ਵਿਮਨ ਦੇ ਲਈ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ, ਓਕੇ। ਔਰ ਇਹ ਅਵਾਰਡ ਇਹਨਾਂ ਨੂੰ ਕਿਸ ਲਈ ਮਿਲਿਆ, ਇਹ ਤੁਸੀਂ ਪਲੀਜ਼ ਟੀਵੀ ਸੀਰੀਜ਼ ਹੈ ਯਾਦ ਰੱਖ ਲੈਣਾ, ਨਾਮ ਹੈ ਆਰਿਆ, ਠੀਕ ਹੈ। ਇਸ ਦਾ ਸੈਕਿੰਡ ਵਰਜ਼ਨ ਯਾਨੀ ਆਰਿਆ 2 ਦੇ ਲਈ ਦਿੱਤਾ ਗਿਆ ਆ ਔਰ ਇਹ ਸੀਰੀਜ਼ ਰਾਮ ਮਾਧਵਾਨੀ ਨੇ ਬਣਾਈ ਸੀਗੀ ਔਰ ਇਹਨੂੰ ਦਸੰਬਰ 2021 ਦੇ ਵਿੱਚ ਡਿਜ਼ਨੀ ਹੌਟਸਟਾਰ ਦੇ ਉੱਪਰ ਹੀ ਰਿਲੀਜ਼ ਕੀਤਾ ਗਿਆ ਸੀ, ਓਕੇ। ਅੱਗੇ ਚੱਲਦੇ ਹਾਂ ਟੌਪ 5 ਅਵਾਰਡਸ ਦੇ ਬਾਰੇ ਵਿੱਚ ਗੱਲ ਕਰਦੇ ਹਾਂ। ਪ੍ਰਾਜਕਤਾ ਕੋਹਲੀ ਇਹ ਇੰਡੀਆ ਦੇ ਪਹਿਲੇ ਐਦਾਂ ਦੇ ਪਰਸਨ ਬਣੇ ਜਿਨ੍ਹਾਂ ਨੂੰ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਦੇ ਯੂਥ ਕਲਾਈਮੇਟ ਚੈਂਪੀਅਨ ਦਾ ਅਵਾਰਡ ਦਿੱਤਾ ਗਿਆ ਆ। ਇਹਨਾਂ ਨੇ ਵਿਮਨ ਰਾਈਟ ਦੇ ਲਈ ਐਂਡ ਗਰਲ ਚਾਈਲਡ ਦੀ ਐਜੂਕੇਸ਼ਨ ਨੂੰ ਬੂਸਟ ਕਰਨ ਦੇ ਲਈ ਕਾਫੀ ਕੰਟਰੀਬਿਊਟ ਕੀਤਾ ਔਰ ਇਹ ਇੱਕ ਕੰਟੈਂਟ ਰਾਈਟਰ ਹੈਗੇ ਨੇ। ਦੈਨ ਨੇਤਾਜੀ ਅਵਾਰਡ 2022 ਦਿੱਤਾ ਗਿਆ ਹੈ ਜਾਪਾਨ ਦੇ ਫੋਰਮਰ ਪ੍ਰਾਈਮ ਮਿਨਿਸਟਰ ਸ਼ਿੰਜੋ ਆਬੇ ਨੂੰ। ਇੰਟਰਨੈਸ਼ਨਲ ਫੋਕ ਆਰਟ ਫੈਸਟੀਵਲ ਦੁਬਈ ਦੇ ਵਿੱਚ ਹੋਇਆ ਔਰ ਇਹਦੇ ਵਿੱਚ ਸੁਮਿਤ ਭਾਲੇ ਨੂੰ 골ਡ ਮੈਡਲ ਮਿਲਿਆ ਆ। ਸਾਊਥ ਇੰਡੀਅਨ ਬੈਂਕ ਇਸ ਨੇ UI ਪਾਥ ਆਟੋਮੇਸ਼ਨ ਐਕਸੀਲੈਂਸ ਅਵਾਰਡ 2021 ਨੂੰ ਜਿੱਤ ਲਿਆ ਆ। ਇਹ ਬਹੁਤ ਇੰਪੋਰਟੈਂਟ ਹੈ, ਕੁਝਾਂਗਲ ਬਹੁਤ ਜ਼ਿਆਦਾ ਇੰਪੋਰਟੈਂਟ। ਇਹ ਬੈਸਟ ਫਿਲਮ ਬਣੀ ਹੈ ਏਸ਼ੀਅਨ ਫਿਲਮ ਕੈਟਾਗਰੀ ਦੇ ਵਿੱਚ, ਜਿਸ ਨੂੰ ਕਿ ਢਾਕਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਜੋ 20th ਨੰਬਰ ਦਾ ਹੋ ਰਿਹਾ ਹੈ ਨਾ, ਇਸ ਦੇ ਵਿੱਚ ਦਿਖਾਇਆ ਗਿਆ ਸੀਗਾ, ਓਕੇ। ਅੱਗੇ ਚੱਲਦੇ ਹਾਂ ਜੀ, ਕੌਣ ਹੈਗੇ ਆ ਜਿਨ੍ਹਾਂ ਨੇ ਮਿਸਿਸ ਵਰਲਡ 2022 ਦਾ ਖਿਤਾਬ ਜਿੱਤਿਆ ਹੈਗਾ ਆ। ਤਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਬਿਊਟੀ ਪੈਜੈਂਟ ਬਹੁਤ ਜ਼ਿਆਦਾ ਚੱਲ ਰਹੇ ਨੇ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖ ਲੈਣਾ। ਸ਼ੈਲਿਨ ਫੋਰਡ ਜੋ ਨੇ ਇਹਨਾਂ ਨੇ ਇਹ ਅਮਰੀਕਾ ਦੇ ਹੈਗੇ, ਠੀਕ ਹੈ। ਔਰ ਇਹਨਾਂ ਨੇ 2022 ਦਾ ਮਿਸਿਸ ਵਰਲਡ ਦਾ ਟਾਈਟਲ ਜਿੱਤ ਲਿਆ ਆ। ਇਹਨਾਂ ਨੂੰ ਕੇਟ ਸ਼ੈਨਬਰਿਨ ਨੇ ਕਰਾਊਨ ਪਹਿਨਾਇਆ ਸੀਗਾ ਜੋ ਕਿ ਆਇਰਲੈਂਡ ਤੋਂ ਬਿਲੋਂਗ ਕਰਦੇ ਹੈਗੇ ਆ ਔਰ ਇਹ ਔਨਗੋਇੰਗ ਮਿਸਿਸ ਵਰਲਡ ਸੀ, ਠੀਕ ਹੈ। ਔਰ ਅਮਰੀਕਨ ਬਿਊਟੀ ਵੱਲੋਂ 8th ਟਾਈਮ ਇਹ ਵਾਲਾ ਟਾਈਟਲ ਜਿੱਤਿਆ ਗਿਆ ਹੈਗਾ ਆ, ਰਾਈਟ। ਮਿਸ ਫੋਰਡ ਹੈਗੇ ਨੇ ਨਾ, ਇਹ ਮੇਕਅਪ ਆਰਟਿਸਟ ਨੇ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਬਿਊਟੀ ਪੈਜੈਂਟ ਦੇ ਬਾਰੇ ਦੇ ਵਿੱਚ। ਹਰਨਾਜ ਸੰਧੂ ਜੋ ਕਿ ਇੰਡੀਆ ਦੇ ਚੰਡੀਗੜ੍ਹ ਤੋਂ ਬਿਲੋਂਗ ਕਰਦੇ ਯਾਨੀ ਪੰਜਾਬ ਤੋਂ ਹੀ, ਇਹਨਾਂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ। ਤੇਲੰਗਾਨਾ ਦੀ ਮਾਨਸਾ ਵਾਰਾਣਸੀ ਮਿਸ ਇੰਡੀਆ ਵਰਲਡ ਬਣੇ ਹੈ। ਨਵਦੀਪ ਕੌਰ
ਇਹਨਾਂ ਨੂੰ ਹੁਣੇ ਬੈਸਟ ਨੈਸ਼ਨਲ ਕਾਸਟਿਊਮ ਅਵਾਰਡ ਦੇ ਲਈ ਸਨਮਾਨਿਤ ਕੀਤਾ ਗਿਆ ਔਰ ਇਹਨਾਂ ਨੇ ਇਹ ਵਾਲਾ ਅਵਾਰਡ ਮਿਸਿਸ ਵਰਲਡ 2022 ਦੇ ਚੈਂਪੀਅਨਸ਼ਿਪ ਦੇ ਦੌਰਾਨ ਹੀ ਜਿੱਤਿਆ। ਦੈਨ ਮਿਸ ਵਰਲਡ 2021 ਇਹ ਸੈਨ ਜੁਆਨ ਪੋਰਟੋ ਰੀਕੋ ਦੇ ਵਿੱਚ ਹੋਏਗਾ। ਦੈਨ ਨਗੁਏਨ ਥੁਕ ਥੂਏ ਥੀਨ ਆਫ ਵੀਅਤਨਾਮ ਇਹਨਾਂ ਨੇ 2021 ਦਾ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਅਵਾਰਡ ਜਿੱਤ ਲਿਆ। ਓਕੇ, ਅੱਗੇ ਚੱਲਦੇ ਹਾਂ। ਇੱਕ ਬੁੱਕ ਦਾ ਨਾਮ ਹੈ ਦ ਲੈਜੈਂਡ ਆਫ ਬਿਰਸਾ ਮੁੰਡਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬੁੱਕ ਹੈਗੀ ਹੈ। ਇਹਦੇ ਰਾਈਟਰ ਪੁੱਛੇ ਜਾ ਰਹੇ ਹਨ ਤਾਂ ਇਹਨੂੰ ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਨੇ ਜੋ ਹੈ ਰਿਲੀਜ਼ ਕੀਤਾ ਸੀਗਾ। ਦੇਖੋ ਕੋਈ ਵੀ ਬੁੱਕ ਜਦੋਂ ਸੀਐਮ ਜਾਂ ਫਿਰ ਪੀਐਮ ਜਾਂ ਪ੍ਰੈਸੀਡੈਂਟ ਤਾਂ ਜਦੋਂ ਵੀ ਇਹਨਾਂ ਵੱਲੋਂ ਲਾਂਚ ਕੀਤੀ ਜਾਂਦੀ ਹੈ ਨਾ ਤਾਂ ਉਹ ਬੁੱਕ ਆਟੋਮੈਟਿਕਲੀ ਇੰਪੋਰਟੈਂਟ ਹੋ ਜਾਂਦੀ ਹੈ। ਠੀਕ ਹੈ, ਇਹਨੂੰ ਨਾ ਤੁਹਿਨ ਏ ਸਿਨਹਾ ਐਂਡ ਅੰਕਿਤਾ ਵਰਮਾ ਇਹਨਾਂ ਦੋਨਾਂ ਨੇ ਹੀ ਲਿਖਿਆ ਹੈਗਾ ਆ। ਇਹਦੇ ਵਿੱਚ ਟ੍ਰਾਈਬਲ ਹੀਰੋ ਬਿਰਸਾ ਮੁੰਡਾ ਦੀ ਸਟੋਰੀ ਨੂੰ ਪੇਸ਼ ਕੀਤਾ ਗਿਆ ਆ ਔਰ ਬਿਰਸਾ ਮੁੰਡਾ ਜੋ ਹੈਗਾ ਇਹਨਾਂ ਨੇ ਸਾਡੇ ਇੰਡੀਆ ਦੀ ਇੰਡੀਪੈਂਡੈਂਸ ਦੇ ਟਾਈਮ ਦੇ ਉੱਪਰ ਬਹੁਤ ਜ਼ਿਆਦਾ ਹਾਈ ਲੈਵਲ ਦੇ ਉੱਪਰ ਕੰਟਰੀਬਿਊਟ ਕੀਤਾ ਸੀਗਾ ਔਰ ਇਹ ਬ੍ਰਿਟਿਸ਼ ਰੂਲ ਦੇ ਖਿਲਾਫ ਟ੍ਰਾਈਬਲ ਕਮਿਊਨਿਟੀ ਦੇ ਰਾਈਟਸ ਦੇ ਲਈ ਕਾਫੀ ਜ਼ਿਆਦਾ ਫਾਈਟ ਕਰਦੇ ਰਹੇ ਆ। ਓਕੇ, ਅੱਗੇ ਟੌਪ 5 ਬੁੱਕਸ ਦੇਖ ਲਓ। ਬੋਸ ਦ ਅਨਟੋਲਡ ਸਟੋਰੀ ਆਫ ਐਨ ਇਨਕਨਵੀਨੀਐਂਟ ਨੈਸ਼ਨਲਿਸਟ, ਇਹ ਜੋ ਬੁੱਕ ਹੈ ਇਹ ਲਿਖੀ ਗਈ ਹੈ ਚੰਦਰਚੂੜ ਘੋਸ਼ ਵੱਲੋਂ। ਆਫਟਰ दैट ਗਾਂਧੀਜ਼ ਅਸੈਸਿਨ, ਇਹ ਧੀਰੇਂਦਰ झा ने लिखी है। ममता बियॉन्ड 2021 जयंता घोषल ने लिखी है। द मोदी गैम्बिट डीकोडिंग मोदी 2.0 संजू वर्मा की बुक है। बैचलर डैड, यह तुषार कपूर की बुक है। लास्ट क्वेश्चन है केड़ा विलेज है जिसनों की J&K दा पहला मिल्क विलेज घोषित किया गया है। तो देखो J&K दे विलेज जेरी इनू हुने IDDS नाम की एक स्कीम है, यानी कि इंटीग्रेटेड डेयरी डेवलपमेंट स्कीम। इस दे अंडर J&K दा पहला मिल्क विलेज अनाउंस किया गया है राइट और यह रैसी डिस्ट्रिक्ट दे विच लोकेटेड है। यह अनाउंसमेंट तो बाद 57 यूनिट्स है जो कि IDDS दे स्कीम दे अंडर डेयरी यूनिट इत्थे एस्टैबलिश कीतियां जाणगियां, सैटअप कीतियां जाणगियां। ठीक है, तो इहदे विच उन्हां डेयरीज नूं 50% तक की सबसिडी मिलेगी जिथे मिनिमम 5 एनिमल्स होंगे। ठीक है, इस दे नाल मिल्किंग मशीन है या फिर पनीर मेकिंग मशीन है, दही मेकिंग मशीन है, खोया मेकिंग मशीन है, यानी इन्हां सारियां दे लई भी सबसिडीज दित्तियां जाणगियां ताकि जम्मू कश्मीर दे विच डेयरी प्रोडक्ट्स नूं जो है एनहांस किया जा सके। ओके, हाँ जी, तो इत्थे ही खत्म होंदे आ 18 to 25 जनवरी दे करंट अफेयर्स राइट। आई होप कि तुसी अज के सैशन दे विच कुछ ना कुछ जरूर न्यू सीखिया होएगा। अगर तुहानू सैशन अच्छा लगता है तो चैनल नू सबसक्राइब कर लेना एंड सैशन नू मैक्सिमम अपने फ्रेंड्स विच शेयर करना। ओके, विद दीज वर्ड्स थैंक यू सो मच, हैव अ नाइस टाइम, बाय बाय।